ਬਲਵੰਤ ਸਿੰਘ ਰਾਜੋਆਣਾ ਨੇ ਲੋਕਾਂ ਨੂੰ ਚੁਣਾਵ ਵਿੱਚ ਅਕਾਲੀ ਦਲ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ। ਪਿਤਾ ਦੇ ਦੇਹਾਂਤ ਤੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਲੋਕਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਰਾਜੋਆਣਾ ਹਾਈ ਕੋਰਟ ਦੇ ਵੱਲੋਂ ਪਿਤਾ ਦੀ ਅੰਤਿਮ ਅਰਦਾਸ ਸ਼ਾਮਿਲ ਹੋਣ ਦੇ ਲਈ 1 ਘੰਟੇ ਦੀ ਪੈਰੋਲ ਮਿਲਣ ਤੋਂ ਬਾਅਦ ਲੁਧਿਆਣਾ ਦੇ ਦੁਗਰੀ ਸਥਿਤ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਸੀ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਉਹਨਾਂ ਨੇ 1984 ਦੇ ਸਿੱਖ ਕਤਲੇਆਮ ਨੂੰ ਯਾਦ ਕੀਤਾ ਅਤੇ ਇਸ ਦੇ ਲਈ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਉੱਥੇ ਦੂਜੇ ਪਾਸੇ ਉਹਨਾਂ ਨੇ ਕਾਂਗਰਸ ਪਾਰਟੀ ਦਾ ਸਫਾਇਆ ਕਰਨ ਅਤੇ ਵੋਟ ਨਾ ਦੇਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਪੈਰੋਲ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦਾ ਧੰਨਵਾਦ ਵੀ ਕੀਤਾ। ਸਾਰਿਆਂ ਦੇ ਤੇ ਸਮੁੱਚੀ ਸਾਧ ਸੰਗਤ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ। ਜਿੰਨੇ ਸਵਾਸ ਉਸ ਪਰਮਾਤਮਾ ਨੇ ਸਾਡੇ ਲਿਖੇ ਆ ਉਹ ਹੋ ਕੇ ਹਰ ਇਨਸਾਨ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ। ਇਹ ਸਰੀਰਾ ਮੇਰਾ इस जग में आए के क्या तुझ कर्म कमाया कि कर्म कमाया तुझ शरीरा जा तू जग में आया। ਜਿਹੜੇ ਬਜ਼ੁਰਗਾਂ ਦੀ ਅਸੀਂ ਅੱਜ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਹਾਂ, ਉਹਨਾਂ ਦਾ ਜੀਵਨ ਬਹੁਤ ਹੀ ਪ੍ਰੇਰਨਾਦਾਇਕ, ਬਹੁਤ ਹੀ ਚੜ੍ਹਦੀ ਕਲਾ ਵਾਲਾ ਹੈ। ਜਦੋਂ ਉਹਨਾਂ ਦੀ ਜਵਾਨੀ ਸੀ, ਜਵਾਨੀ ਦੇ ਵਿੱਚ ਆਪਣੇ ਆਪ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਫੌਜ ਵਿੱਚ ਭਰਤੀ ਹੋਏ। ਫੌਜ ਵਿੱਚ ਭਰਤੀ ਦੇ ਦੌਰਾਨ ਉਹਨਾਂ ਨੇ 3 ਲੜਾਈਆਂ ਲੜੀਆਂ ਦੇਸ਼ ਦੇ ਲਈ, 1962 ਦੀ, 1965 ਦੀ ਤੇ 1971 ਦੀ। ਸਾਡੇ ਬਜ਼ੁਰਗਾਂ ਨੇ ਦੇਸ਼ ਦੇ ਲਈ 3 ਲੜਾਈਆਂ ਲੜੀਆਂ। ਉਸ ਤੋਂ ਬਾਅਦ ਰਿਟਾਇਰਮੈਂਟ ਲੈ ਕੇ ਪਿੰਡ ਆਪਣੇ ਬੱਚਿਆਂ ਦੇ ਨਾਲ ਰਹਿ ਰਹੇ ਸੀ। ਫਿਰ ਸਾਡੇ ਸਾਰੇ ਸਿੱਖ ਸਮਾਜ ਦੇ ਜ਼ਿੰਦਗੀ ਦੇ ਅੰਦਰ ਇੱਕ ਅਜਿਹੀ ਘਟਨਾ ਘਟਦੀ ਆ ਜਿਸ ਨੇ ਹਜ਼ਾਰਾਂ ਪਰਿਵਾਰਾਂ ਨੂੰ ਉਜਾੜ ਦਿੱਤਾ, ਲੱਖਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ। ਉਹ ਸੀ 1984। ਦਿੱਲੀ ਦੇ ਤਖਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਸਮਾਜ ਦੇ ਅੰਦਰ ਝੋਲੀ ਦੇ ਅੰਦਰ ਜੂਨ 1984 ਪਾਈ, ਨਵੰਬਰ 1984 ਪਾਈ। ਸਾਡੇ ਧਰਮ ਤੇ ਹਮਲਾ ਹੋਇਆ, ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ। ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਦਰਬਾਰ ਸਾਹਿਬ ਦੀ ਪਵਿੱਤਰ ਪਰਿਕਰਮਾ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੀ ਗਈ। ਫਿਰ ਨਵੰਬਰ 1984 ਤੇ 10,000 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਦਿੱਲੀ ਦੀਆਂ ਗਲੀਆਂ ਦੇ ਵਿੱਚ। ਦਿੱਲੀ ਦੀਆਂ ਗਲੀਆਂ ਦੇ ਵਿੱਚ 3 ਦਿਨ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ। 3 ਦਿਨ ਦੇ ਕਤਲੇਆਮ ਤੋਂ ਬਾਅਦ ਉਸ ਕਤਲੇਆਮ ਦੇ ਕਰਨ ਵਾਲੇ ਮੁਖੀ ਰਾਜੀਵ ਗਾਂਧੀ ਘਰੋਂ ਬਾਹਰ ਨਿਕਲ ਕੇ, ਆਪਣੇ ਮਹਿਲ ਤੋਂ ਬਾਹਰ ਨਿਕਲ ਕੇ ਇਹ ਗੱਲ ਕਹਿੰਦਾ ਹੈ ਕਿ ਜਦੋਂ ਕੋਈ ਦਰਖਤ ਗਿਰਦਾ ਤਾਂ ਧਰਤੀ ਹਿਲਦੀ ਹੈ ਤਾਂ ਹਜ਼ਾਰਾਂ ਲੋਕ ਮਾਰੇ ਜਾਂਦੇ ਨੇ। ਇਹ ਕਹਿ ਕੇ ਇਹ ਸ਼ਬਦ ਸਿਰਫ 3 ਲਾਈਨਾਂ ਨਹੀਂ ਸਨ, ਇਹ ਸ਼ਬਦ ਸਨ ਉਸ ਦੀ ਮਾਨਸਿਕਤਾ ਨੂੰ ਦਰਸਾ ਰਹੇ ਸਨ। ਉਸਨੇ ਖੁਦ ਹੀ ਪੁਲਿਸ, ਖੁਦ ਹੀ ਅਦਾਲਤ, ਖੁਦ ਹੀ ਜੱਜ ਬਣ ਕੇ ਫੈਸਲਾ ਸੁਣਾ ਦਿੱਤਾ, ਸਾਰੇ ਕਾਤਲਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ। ਇਸ ਘਟਨਾ ਨੇ ਸਮੁੱਚੇ ਸਿੱਖ ਸਮਾਜ ਨੂੰ ਬਹੁਤ ਗਹਿਰੇ ਜ਼ਖਮ ਦਿੱਤੇ, ਕਦੇ ਨਾ ਭਰੇ ਜਾਣ ਵਾਲੇ ਸਦੀਵੀ ਜ਼ਖਮ ਦਿੱਤੇ। ਖਾਲਸਾ ਜੀ, ਜਦੋਂ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਨੇ ਸਾਨੂੰ ਇਨਸਾਫ ਦੇਣ ਤੋਂ ਇਨਕਾਰ ਕੀਤਾ, ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਗੈਰਕਾਨੂੰਨੀ ਸਿੱਖ ਨੌਜਵਾਨਾਂ ਦੇ ਹੱਥ ਹਥਿਆਰਾਂ ਤੱਕ ਚਲੇ ਗਏ। ਉਹਨਾਂ ਨੌਜਵਾਨਾਂ ਦੇ ਵਿੱਚ ਸਾਡੇ ਬਜ਼ੁਰਗ ਜਸਵੰਤ ਸਿੰਘ ਜੀ ਦਾ ਬੇਟਾ ਭਾਈ ਹਰਪਿੰਦਰ ਸਿੰਘ ਗੋਲਡੀ ਵੀ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਇਆ। 18 ਸਾਲ ਦੀ ਉਮਰ ਦੇ ਵਿੱਚ ਭਾਈ ਹਰਪਿੰਦਰ ਸਿੰਘ ਗੋਲਡੀ ਕੌਮ ਦੀ ਸੇਵਾ ਕਰਦੇ ਹੋਏ ਸ਼ਹਾਦਤ ਨੂੰ ਪ੍ਰਾਪਤ ਹੋ ਗਏ। ਉਹਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਦੇ ਕਾਰਨ ਪਰਿਵਾਰ ਨੂੰ ਬਹੁਤ ਹੀ ਕਸ਼ਟ ਸਹਿਣੇ ਪਏ, ਦੁੱਖ ਸਹਿਣੇ ਪਏ। ਸਾਡੇ ਬਜ਼ੁਰਗਾਂ ਦੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸੇ ਦੌਰਾਨ ਸਾਡੀ ਭੈਣ ਬੀਬੀ ਅਮਨਦੀਪ ਕੌਰ ਜੀ ਨੂੰ ਸਾਡੇ ਘਰ ਆ ਕੇ ਗੋਲੀਆਂ ਮਾਰੀਆਂ ਗਈਆਂ। ਇਸ ਸੰਘਰਸ਼ ਦੇ ਦੌਰਾਨ ਮੇਰੀ ਮੁਲਾਕਾਤ
ਭਾਈ ਹਰਪਿੰਦਰ ਸਿੰਘ ਗੋਲਡ ਦੇ ਨਾਲ ਹੁੰਦੀ ਹੈ। ਉਹ ਮੁਲਾਕਾਤ ਮੈਨੂੰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਖਿੱਚ ਕੇ ਪਰਿਵਾਰ ਤੱਕ ਲੈ ਜਾਂਦੀ ਹੈ। ਫਿਰ ਮੈਂ ਉਸ ਪਰਿਵਾਰ ਦਾ ਹਿੱਸਾ ਬਣ ਕੇ ਜਸਵੰਤ ਸਿੰਘ ਜੀ ਅਤੇ ਮਾਤਾ ਸੰਗੀਤ ਕੌਰ ਜੀ, ਭੈਣ ਕਮਲਦੀਪ ਕੌਰ ਮੈਨੂੰ ਆਪਣਾ ਭਰਾ ਤੇ ਬਜ਼ੁਰਗ ਮੈਨੂੰ ਆਪਣਾ ਬੇਟਾ ਬਣਾਉਂਦੇ ਨੇ। ਮੈਂ ਕਈ ਸਾਲ ਉਸ ਪਰਿਵਾਰ ਦੇ ਨਾਲ ਰਹਿੰਦਾ, ਪਰ ਉਸ ਪਰਿਵਾਰ ਦੇ ਦਰਦ ਦੇ ਵਿੱਚੋਂ ਸਾਨੂੰ ਕੌਮੀ ਦਰਦ ਮਹਿਸੂਸ ਹੁੰਦਾ ਸੀ। ਮੈਂ ਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਅਕਸਰ ਜਦੋਂ ਬਜ਼ੁਰਗਾਂ ਨੂੰ ਮਿਲਣ ਵਾਸਤੇ ਪਿੰਡ ਜਾਂਦੇ ਸੀ, ਚੜ੍ਹਦੀ ਕਲਾ ਦੀ ਗੱਲਾਂ ਕਰਦੇ ਸੀ, ਕੌਮ ਤੇ ਹੋਏ ਜ਼ੁਲਮ ਦੀਆਂ ਗੱਲਾਂ ਕਰਦੇ ਸੀ, ਆਪਣੇ ਸ਼ਹੀਦ ਹੋਏ ਵੀਰਾਂ ਦੇ ਪ੍ਰਤੀ ਆਪਣਾ ਫਰਜ਼ ਅਦਾ ਕਰਨ ਦੇ ਵਾਸਤੇ ਅਸੀਂ ਵੀ ਆਪਣਾ ਘਰ ਛੱਡ ਕੇ ਸੰਘਰਸ਼ ਵਿੱਚ ਸ਼ਾਮਲ ਹੋ ਗਏ। 31 ਅਗਸਤ 1995 ਨੂੰ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਸ਼ਹਾਦਤ ਨੂੰ ਪ੍ਰਾਪਤ ਹੋ ਗਏ ਤੇ ਉਸ ਤੋਂ ਬਾਅਦ ਮੇਰੀ ਗ੍ਰਿਫਤਾਰੀ ਹੋ ਗਈ। ਮੇਰੇ ਸੰਘਰਸ਼ ਤੋਂ ਵਿੱਚ ਸ਼ਾਮਲ ਹੋਣ ਕਰਕੇ ਵੀ ਸਾਡੇ ਬਜ਼ੁਰਗਾਂ ਨੂੰ ਬਹੁਤ ਦੁੱਖ ਤਕਲੀਫਾਂ ਸਹਿਣੀਆਂ ਪਈਆਂ, ਪਰਿਵਾਰ ਨੂੰ ਬਹੁਤ ਕੰਠ ਸਹਿਣੇ ਪਏ, ਸਰਕਾਰੀ ਜ਼ਬਰ ਦਾ ਸ਼ਿਕਾਰ ਹੋਣਾ ਪਿਆ। ਖਾਲਸਾ ਜੀ, ਸਾਡੇ ਬਜ਼ੁਰਗਾਂ ਦਾ ਜੀਵਨ ਪ੍ਰੇਰਨਾ ਦਾ ਸਰੋਤ ਜੀਵਨ ਹੈ। ਪਿਛਲੇ 26 ਸਾਲਾਂ ਤੋਂ ਮੇਰੇ ਪਿੱਛੇ ਮੇਰੀ ਭੈਣ ਮੇਰਾ ਜਰਨੈਲ ਬਣ ਕੇ, ਮੇਰੇ ਸੰਘਰਸ਼ ਦਾ ਜਰਨੈਲ ਬਣ ਕੇ ਮੇਰੇ ਨਾਲ, ਮੇਰੀ ਆਵਾਜ਼ ਬਣ ਕੇ ਮੇਰੇ ਨਾਲ ਲੜ ਰਹੀ ਹੈ। ਉਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਸਾਡੇ ਪਿੱਛੇ ਸਾਡੇ ਬਜ਼ੁਰਗਾਂ ਦੀ ਤਾਕਤ ਸੀ। ਉਹ ਐਸੀ ਤਾਕਤ ਸੀ, ਅਸੀਂ ਦਿੱਲੀ ਦੇ ਤਖਤ ਦੇ ਅੱਗੇ ਵੀ ਸਿਰ ਉੱਚਾ ਚੱਕ ਕੇ ਖੜ ਸਕੇ। ਸਾਡੇ ਬਜ਼ੁਰਗ 5 ਸਾਲ ਵਿੜੇ ਤੇ ਵੀ ਪਏ ਰਹੇ। ਉਹਨਾਂ ਦੇ ਦੋਨੋਂ ਬੱਚੇ ਸ਼ਹੀਦ ਹੋਏ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਸੇ ਵਾਰ ਆਏ, ਦੋਨਾਂ ਬੱਚਿਆਂ ਦੀ ਅੰਤਮ ਸੰਸਕਾਰ ਕਰਨ ਦਾ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ, ਉਹਨਾਂ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਬਹੁਤ ਕੌਮੀ ਕਾਰਜ ਸਹਿੰਦੇ ਹੋਏ ਸਾਡੇ ਬਜ਼ੁਰਗ 5 ਸਾਲ ਬਿਸਤਰੇ ਤੇ ਬਹਿ ਕੇ ਵੀ ਸਾਡੀ ਤਾਕਤ ਬਣੇ ਰਹੇ। ਮੈਂ ਇਹ ਸੰਘਰਸ਼ ਤਾਂ ਹੀ ਲੜ ਸਕਿਆ ਕਿਉਂਕਿ ਮੇਰੇ ਪਿੱਛੇ ਮੇਰੇ ਨਾਲ ਮੇਰੇ ਜਰਨੈਲ ਦੀ ਤਰ੍ਹਾਂ ਵਿਚਰਦੀ ਮੇਰੀ ਭੈਣ ਬੀਬੀ ਕਮਲਦੀਪ ਕੌਰ ਸੀ ਤੇ ਉਹਨਾਂ ਦੇ ਪਿੱਛੇ ਸਾਡੇ ਬਜ਼ੁਰਗ ਇੱਕ ਤਾਕਤ ਬਣ ਕੇ ਖੜੇ ਸਨ। ਖਾਲਸਾ ਜੀ, ਅੱਜ ਮੇਰੇ ਸੰਘਰਸ਼ ਦਾ ਇੱਕ ਥੰਮ ਗਿਰ ਗਿਆ ਹੈ। ਮੈਨੂੰ ਇਸ ਗੱਲ ਸਵੀਕਾਰ ਦੇ ਵਿੱਚ ਕੋਈ ਗਿਲਾ ਨਹੀਂ ਹੈ। ਮੇਰੇ ਸੰਘਰਸ਼ ਦਾ ਇੱਕ ਥੰਮ ਗਿਰ ਗਿਆ ਹੈ। ਅੱਜ ਮੇਰੀ ਭੈਣ ਬੀਬੀ ਕਮਲਦੀਪ ਕੌਰ ਉਹ ਵੀ ਫੱਟੜ ਅਵਸਥਾ ਦੇ ਵਿੱਚ ਆਪਣੇ ਹਾਲਾਤਾਂ ਨਾਲ ਜੂਝਦੀ ਹੋਈ ਮੇਰੇ ਨਾਲ ਅੱਜ ਵੀ ਮੇਰੀ ਤਾਕਤ ਬਣ ਕੇ ਖੜੀ ਹੈ। ਮੈਂ ਉਹਨਾਂ ਬਜ਼ੁਰਗਾਂ ਦੀ ਅੰਤਮ ਅਰਦਾਸ ਵਿੱਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸ ਦੇ ਲਈ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ, ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ। ਮੈਂ ਇੱਥੇ ਇਹ ਕਹਿਣਾ ਚਾਹੁੰਦਾ ਹਾਂ, ਮੈਂ ਸਾਰੇ ਜਿਹੜੇ ਤੁਸੀਂ ਸਤਿਕਾਰਯੋਗ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਇੱਥੇ ਕੌਮ ਦੇ ਆਗੂ ਇੱਥੇ ਆਏ ਹੋ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਤੁਹਾਡੇ ਵੱਡੇ ਭਾਗਾਂ ਦੀ ਗੱਲ ਹੈ। ਜਦੋਂ ਵੀ ਇਹ ਸਮਾਗਮ ਖਤਮ ਹੋਏ ਤੁਸੀਂ ਮੇਰੀ ਭੈਣ ਦੇ ਘਰ ਜ਼ਰੂਰ ਜਾਣਾ। ਉਸ ਘਰ ਦੇ ਵਿੱਚ ਬੈਠ ਕੇ ਮਹਿਸੂਸ ਕਰਨਾ ਕਿ ਇਸ ਪਰਿਵਾਰ ਨੇ ਆਪਣੇ ਕੌਮੀ ਫਰਜ਼ ਅਦਾ ਕਰਨ ਵਾਸਤੇ ਕਿੰਨੇ ਕੰਠ ਸਹੇ। ਤੁਸੀਂ ਉਸ ਘਰ ਦੇ ਵਿੱਚ ਬੈਠ ਕੇ ਇਹ ਮਹਿਸੂਸ ਕਰੋਗੇ ਕਿ ਇਸ ਪਰਿਵਾਰ ਨੇ ਆਪਣੇ ਕੌਮੀ ਫਰਜ਼ ਅਦਾ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ। ਕਿਤੇ ਤੁਹਾਡੇ ਤੋਂ ਉਸ ਪਰਿਵਾਰ ਦੇ ਪ੍ਰਤੀ ਆਪਣੇ ਫਰਜ਼ ਅਦਾ ਕਰਨ ਦੇ ਵਿੱਚ ਕਮੀ ਜ਼ਰੂਰ ਰਹਿ ਗਈ ਹੈ। ਇਹ ਤੁਹਾਨੂੰ ਉਸ ਘਰ ਦੇ ਵਿੱਚ ਬੈਠ ਕੇ ਮਹਿਸੂਸ ਹੋਏਗਾ। ਖਾਲਸਾ ਜੀ, ਅਸੀਂ ਕੱਲ ਵੀ ਆਪਣੇ ਫਰਜ਼ ਅਦਾ ਕੀਤੇ ਸੀ, ਅੱਜ ਵੀ ਕਰ ਰਹੇ ਹਾਂ, ਅੱਗੇ ਵੀ ਕਰਾਂਗੇ। ਮੈਂ ਇੱਥੇ ਕਹਿਣਾ ਚਾਹੁੰਦਾ ਹਾਂ, ਸਾਡੇ ਬਜ਼ੁਰਗਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ। ਮੈਂ ਇੱਥੇ ਖਾਲਸਾ ਪੰਥ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ, ਅਕਾਲ ਪੁਰਖ ਵਿੱਚ ਵਿਸ਼ਵਾਸ ਦਾ ਪ੍ਰਤੀਕ ਅਕਾਲੀ, ਹਿੰਦੂ ਮੁਸਲਿਮ ਸਿੱਖ ਈਸਾਈ ਏਕਤਾ ਦਾ ਪ੍ਰਤੀਕ ਅਕਾਲੀ, ਸਾਰੇ ਧਰਮਾਂ ਦੇ ਸਤਿਕਾਰ ਦਾ ਪ੍ਰਤੀਕ ਅਕਾਲੀ, ਸਰਬ ਸਾਂਝੀ ਬਾਲਤਾ ਦਾ ਸੰਦੇਸ਼ ਅਕਾਲੀ। ਮੇਰੀ ਰੂਹ ਅਕਾਲੀ, ਮੇਰਾ ਦਿਲ ਅਕਾਲੀ। ਹਾਂ ਮੈਂ ਅਕਾਲੀ, ਹਾਂ ਮੈਂ ਅਕਾਲੀ।
ਚਾਹੁੰਦਾ ਹਾਂ ਇਸ ਧਰਤੀ ਤੇ ਸਰਕਾਰ ਅਕਾਲੀ ਖਾਲਸਾ ਜੀ ਬੋਲੇ ਸੋ ਉਹਨਾਂ ਕਾਤਲਾਂ ਦਾ ਜਿਨ੍ਹਾਂ ਕਾਤਲਾਂ ਨੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਜਿਨ੍ਹਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਉਹਨਾਂ ਦਾ ਰਾਜ ਭਾਗ ਇਸ ਧਰਤੀ ਦੇ ਮੱਥੇ ਤੇ ਲੱਗਿਆ ਹੋਇਆ ਇੱਕ ਕਲੰਕ ਹੈ। ਖਾਲਸਾ ਪੰਥ ਦਾ ਇਸ ਧਰਤੀ ਮਾਂ ਦਾ ਅਪਮਾਨ ਹੈ। ਮੇਰੀ ਸਾਰੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਹਾਦਤਾਂ ਕੁਰਬਾਨੀਆਂ ਸਰਬੰਸ ਇਸ ਕਰਕੇ ਨਹੀਂ ਮਾਰਿਆ ਕਿ ਕਿਸੇ ਸਹੂਲਤਾਂ ਸਾਨੂੰ ਮਿਲਣਗੀਆਂ। ਉਹਨਾਂ ਨੇ ਧਰਮ ਦੇ ਲਈ, ਕੌਮ ਦੀ ਅਣਖ ਤੇ ਗੈਰਤ ਦੇ ਲਈ ਸਰਬੰਸ ਵਾਰਿਆ। ਆਓ ਆਪਾਂ ਸਾਰੇ, ਮੈਂ ਤੁਹਾਨੂੰ ਇਹ ਬੇਨਤੀ ਕਰਦਾ, ਪਹਿਲਾਂ ਧਾੜਵੀ ਆਉਂਦੇ ਸੀ ਕਾਬਲ ਤੇ ਕੰਧਾਰ ਵੱਲੋਂ ਇਸ ਧਰਤੀ ਨੂੰ ਲੁੱਟਣ ਵਾਸਤੇ, ਅੱਜ ਧਾੜਵੀ ਦਿੱਲੀ ਵੱਲੋਂ ਆ ਰਹੇ ਨੇ ਇਸ ਧਰਤੀ ਨੂੰ ਲੁੱਟਣ ਵਾਸਤੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਉਹ ਤੁਹਾਨੂੰ ਆਗੂ ਕੌਣ ਦੇ ਰਹੇ ਨੇ? ਸ਼ਰਾਬੀ ਤੇ ਕਮੇਟੀ ਕਲਾਕਾਰ। ਖਾਲਸਾ ਜੀ ਤੁਸੀਂ ਜਾਗ ਜਾਓ, ਕਿਤੇ ਸੁੱਤੇ ਨਾ ਰਹਿ ਜਾਣਾ, ਕੋਈ ਗਲਤੀ ਨਾ ਕਰ ਲੈਣਾ। ਇਸ ਧਰਤੀ, ਇਹ ਧਰਤੀ ਪੀਰਾਂ ਪੈਗੰਬਰਾਂ ਦੀ, ਗੁਰੂਆਂ ਦੀ ਧਰਤੀ ਹੈ। ਇਹ ਜੋਧੇ ਮਹਾਬਲੀਆਂ ਦੀ ਧਰਤੀ ਹੈ। ਇਹ ਧਰਤੀ ਬਾਬਾ ਦੀਪ ਸਿੰਘ ਵਰਗੇ ਸਿਰਲੱਖ ਜੋਧਿਆਂ ਦੀ ਹੈ। ਇਹ ਧਰਤੀ ਅਕਾਲੀ ਫੂਲਾ ਸਿੰਘ ਵਰਗੇ ਜਰਨੈਲਾਂ ਦੀ, ਹਰੀ ਸਿੰਘ ਨਲੂਏ ਵਰਗੇ ਜਰਨੈਲਾਂ ਦੀ ਹੈ। ਇਸ ਧਰਤੀ ਤੇ ਉਹਨਾਂ ਕਾਤਲਾਂ ਦਾ ਰਾਜ ਭਾਗ, ਉਹਨਾਂ ਧਾੜਵੀਆਂ ਦਾ ਰਾਜ ਭਾਗ ਇਸ ਧਰਤੀ ਦੇ ਮੱਥੇ ਤੇ ਲੱਗਿਆ ਹੋਇਆ ਕਲੰਕ ਹੈ। ਆਓ ਇਸ ਕਲੰਕ ਨੂੰ ਮਿਟਾ ਦਈਏ। ਸਾਡੇ ਬਜ਼ੁਰਗਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜਿਨ੍ਹਾਂ ਨੇ ਉਹਨਾਂ ਤੇ ਜ਼ੁਲਮ ਕੀਤੇ ਨੇ, ਜਿਨ੍ਹਾਂ ਨੇ ਸਾਡੇ ਪਰਿਵਾਰਾਂ ਨੂੰ ਉਜਾੜਿਆ। ਹਜ਼ਾਰਾਂ ਮੇਰੇ ਵੀਰ ਸ਼ਹੀਦ ਹੋਏ ਨੇ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜੇ ਇਹਨਾਂ ਦੀ ਇਸ ਰਾਜ ਭਾਗ ਦਾ, ਇਸ ਕਾਤਲ ਕਾਂਗਰਸ ਦੇ ਰਾਜ ਭਾਗ ਦਾ, ਇਸ ਧਰਤੀ ਤੋਂ, ਇਸ ਦੇਸ਼ ਤੋਂ ਇੱਕ ਸਿੱਖ ਦਾ ਫਰਜ਼ ਹੈ। ਜਦੋਂ ਵੀ ਤੁਹਾਨੂੰ ਵੋਟ ਪਾਉਣ ਦਾ, ਜੇ ਤੁਸੀਂ ਨਹੀਂ ਲੜ ਸਕੇ, ਗੱਲ ਮੰਨੀ ਜਾ ਸਕਦੀ ਹੈ, ਲੇਕਿਨ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਇਸ ਵੋਟ ਪਾਉਣ ਦੇ ਅਧਿਕਾਰ ਨੂੰ ਆਪਣਾ ਹਥਿਆਰ ਸਮਝ ਕੇ ਉਹਨਾਂ ਕਾਤਲਾਂ ਦੇ ਖਿਲਾਫ ਵਰਤੋ। ਬੋਲੇ ਸੋ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਸਾਡੇ ਪੁਰਖਿਆਂ ਦੀ ਵਿਰਾਸਤ ਹੈ। ਇਹ ਵਿਰਾਸਤ ਜਿੰਨੀ ਤਗੜੀ ਹੋਏਗੀ, ਜਿੰਨੀ ਮਜ਼ਬੂਤ ਹੋਏਗੀ, ਖਾਲਸਾ ਜੀ ਉਨੇ ਹੀ ਸਾਡੇ ਹੱਕ ਸੁਰੱਖਿਅਤ ਰਹਿਣਗੇ। ਸਾਡੇ ਉਹਨਾਂ ਹਜ਼ਾਰਾਂ ਬਿਨਾਂ ਕਾਤਲਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ, ਉਹਨਾਂ ਹਜ਼ਾਰਾਂ ਸ਼ਹੀਦਾਂ, ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜਦੋਂ ਇਹਨਾਂ ਕਾਤਲਾਂ ਦਾ ਰਾਜ ਭਾਗ ਇਸ ਧਰਤੀ ਤੋਂ ਖਤਮ ਹੋਵੇਗਾ। ਇੱਕ ਸਿੱਖ ਦਾ ਫਰਜ਼ ਹੈ, ਜਿੱਥੇ ਵੀ ਕਦੇ ਉਹਨੂੰ ਮੌਕਾ ਮਿਲੇ, ਇਹਨਾਂ ਦੇ ਖਿਲਾਫ ਵੋਟ ਕਰੋ, ਇਹਨਾਂ ਦੇ ਰਾਜ ਭਾਗ ਨੂੰ ਖਤਮ ਕਰਨ ਲਈ ਵੋਟ ਕਰੋ। ਮੇਰੇ ਪਿਤਾ ਨੂੰ, ਉਹਨਾਂ ਹਜ਼ਾਰਾਂ ਸ਼ਹੀਦਾਂ ਨੂੰ, ਤਾਂ ਹੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਮੈਂ ਇੰਨਾ ਕੁਝ ਬੋਲਦਾ ਹੋਇਆ ਤੁਹਾਡੇ ਤੋਂ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ, ਜਿਹੜੇ ਵੀ ਇੱਥੇ ਸਾਡੇ ਪਿਤਾ ਜੀ ਦੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਨੇ। ਮੇਰੀ ਭੈਣ ਦਾ ਯੋਗਦਾਨ ਮੈਂ ਕਈ ਜਨੋਂ ਨਹੀਂ ਦੇ ਸਕਦਾ। ਮੈਂ ਨਹੀਂ, ਇਹ ਸਮੁੱਚੀ ਕੌਮ ਇਹ ਯੋਗਦਾਨ ਨੂੰ ਤੱਕ ਕੋਈ ਮੁੱਲ ਨਹੀਂ ਉਤਾਰ ਸਕਦੀ। ਮੈਂ ਤੁਹਾਨੂੰ ਫਿਰ ਇਹ ਬੇਨਤੀ ਕਰਦਾ, ਤੁਸੀਂ ਮੇਰੀ ਭੈਣ ਦੇ ਘਰ ਜਾ ਕੇ ਬੈਠ ਕੇ ਮਹਿਸੂਸ ਕਰਨਾ ਕਿ ਇਸ ਪਰਿਵਾਰ ਨੇ ਆਪਣੇ ਕੌਮੀ ਫਰਜ਼ ਅਦਾ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਤੁਹਾਡੇ ਤੋਂ ਕੋਈ ਕਮੀ ਜ਼ਰੂਰ ਰਹਿ ਗਈ ਹੈ, ਇਹ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ। ਉੱਥੇ ਬੈਠ ਕੇ ਸਾਡਾ ਜੀਵਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਰਿਹਾ ਹੈ, ਹਮੇਸ਼ਾ ਰਹੇਗਾ। ਅੱਗੇ ਵੀ ਜਦੋਂ ਵੀ ਸਾਨੂੰ ਕੌਮੀ ਫਰਜ਼ ਅਦਾ ਕਰਨ ਦਾ ਕਦੇ ਕੋਈ ਵਕਤ ਆਏਗਾ, ਅਸੀਂ ਕਦੇ ਪਿੱਛੇ ਨਹੀਂ ਹਟਾਂਗੇ। ਮੇਰਾ ਇਹੀ ਕਹਿਣਾ ਹੈ, ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਚੂਲ ਤੇ ਨਿਸ਼ਾਨ ਰਹੇ, ਚੂਲ ਤੇ ਨਿਸ਼ਾਨ ਰਹੇ, ਚੂਲ ਤੇ ਨਿਸ਼ਾਨ ਰਹੇ। ਸਾਰਿਆਂ ਦੇ, ਤੁਸੀਂ ਸਾਰੇ ਇੱਥੇ ਸਾਡੇ ਸਮਾਗਮ ਦੇ ਵਿੱਚ ਚੱਲ ਕੇ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰ ਦੇ ਉਹਨਾਂ ਵੀਰਾਂ ਨੇ ਸਾਡੀ ਇਹ ਇਜਾਜ਼ਤ ਕਰਵਾਈ ਹੈ, ਉਹਨਾਂ ਦਾ ਧੰਨਵਾਦ। ਉਸ ਅਕਾਲ ਪੁਰਖ, ਸਭ ਤੋਂ ਵੱਡਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ, ਜਿਸ ਨੇ ਮੈਨੂੰ
26 ਸਾਲਾਂ ਬਾਅਦ 1 ਘੰਟੇ ਲਈ ਆਪਣੇ ਪਿਤਾ ਦੇ ਇਸ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਮੈਨੂੰ ਆਪਣੀ ਭੈਣ ਨੂੰ ਉਹਦੇ ਘਰ ਜਾਣ ਦਾ ਅਜੇ ਮੈਨੂੰ ਘਰ ਨਹੀਂ ਲੈ ਕੇ ਗਏ, ਮੇਰੀ ਭੈਣ ਨੂੰ ਮਿਲਣ ਦਾ ਮੌਕਾ ਮਿਲ ਦਿੱਤਾ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਮੇਰੇ ਤੋਂ ਬੋਲਦੇ ਹੋਏ ਕੋਈ ਇਹੋ ਜਿਹਾ ਸ਼ਬਦ ਨਿਕਲ ਗਿਆ ਹੋਵੇ ਉਹਦੇ ਲਈ ਮੈਂ ਮਾਫੀ ਚਾਹੁੰਦਾ। ਤੁਸੀਂ ਸਾਰੇ ਸਤਿਕਾਰਯੋਗ ਹੋ, ਬਹੁਤ ਸਾਰਿਆਂ ਨੂੰ ਮੈਂ ਦੇਖ ਵੀ ਨਹੀਂ ਪਾ ਰਿਹਾ, ਇਸ ਕਰਕੇ ਸਾਰਿਆਂ ਦੇ ਲਈ ਬਹੁਤ ਬਹੁਤ ਸਤਿਕਾਰ। ਸਭ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਇਵਨ ਮੀਡੀਆ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਵਿਸ਼ੇਸ਼ ਰਿਪੋਰਟ।